ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ 6ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਉਹਨਾਂ ਪ੍ਰਾਣੀ ਵਿਚਾਰਦਾ ਹੈ, ਉਹਨਾਂ ਬੋਲਦਾ ਹੈ ਅਤੇ ਉਹਨਾਂ ਸੁਣਦਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਪ੍ਰਾਣੀ ਚੱਲਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਲਕਾਈ ਦੇ ਉੱਤੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਇੱਕ ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ ਮਨੁੱਖਤਾ ਨੂੰ ਭੇਟ ਕੀਤਾ ਹੈ। ਸੱਚੇ ਪਾਤਸ਼ਾਹ ਦੀ ਮਿਹਰ ਵਿਧੀ ਜੇ ਪ੍ਰਾਣੀ ਅਪਣਾ ਲਵੇ ਤਾਂ ਜਿਉਂਦੇ ਜੀ ਅਮਰ ਹੋ ਸਕਦਾ ਹੈ, ਪ੍ਰਭੂ ਨੂੰ ਸ਼ਾਖ ਪਾ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਅਤੇ ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ ਹਨ। ਇਸੇ ਕਰਕੇ ਹੀ ਇਹਦਾ ਨਾਂ 8 ਪਦਾਂ ਵਾਲੀ ਅਸ਼ਟਪਦੀ ਪਿਆ ਹੈ। ਸੱਚੇ ਪਾਤਸ਼ਾਹ ਨੇ ਹਰ ਅਸ਼ਟਪਦੀ ਦੇ 8 ਪਦ 8 ਪਹਿਰਾਂ ਦੇ ਨਾਲ, ਸਮੇਂ ਦੇ ਨਾਲ ਜੋੜੇ ਹਨ। 3 ਘੜੀਆਂ ਦਾ ਇੱਕ ਪਹਿਰ, 24 ਘੰਟੇ, 24,000 ਸਵਾਸ, 24,000 ਅੱਖਰ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੇ ਲਈ ਮਿਹਰ ਅਪਾਰ ਕੀਤੀ ਹੈ ਕਿ ਪ੍ਰਾਣੀ ਤੂੰ ਹਰ ਸਵਾਸ ਪ੍ਰਭੂ ਨੂੰ ਧਿਆ ਅਤੇ ਉਹਦੀ ਮਿਹਰ ਨਾਲ, ਉਹਦੀ ਅਪਾਰ ਕਿਰਪਾ ਦੇ ਨਾਲ ਤੇਰੀ ਮੈਲ ਛੁੱਟ ਜਾਵੇਗੀ। ਜਿਹੜੀ ਤੇਰੀ ਮਿਹਰ ਤੇਰੇ ਉੱਤੋਂ ਤਿਲਕ ਜਾਂਦੀ ਹੈ, ਉਹ ਟਿਕ ਜਾਵੇਗੀ। ਸੱਚੇ ਪਾਤਸ਼ਾਹ ਨੇ ਸਥਾਈ ਨੂੰ ਅਸਥਾਈ ਨਾਲ ਜੋੜਿਆ ਹੈ। ਮਿਹਰ ਕਰਦਾ ਦਾਤਾ ਆਪਣੇ ਪਿਆਰੇ ਨੂੰ ਆਪਣੇ ਵਿੱਚ ਸਮੋ ਲੈਂਦਾ ਹੈ ਅਤੇ ਉਹਦੀ ਸਦਾ ਦੇ ਲਈ ਆਈਡੈਂਟੀਫਿਕੇਸ਼ਨ ਖਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਇੱਕ ਪਾਣੀ ਤੋਂ ਵਿਛੜੀ ਹੋਈ ਬੂੰਦ ਪਾਣੀ ਦੇ ਵਿੱਚ ਸਮੋ ਜਾਂਦੀ ਹੈ, ਸਾਗਰ ਦੇ ਵਿੱਚ ਰਲ ਜਾਂਦੀ ਹੈ, ਇਸੇ ਤਰ੍ਹਾਂ ਪ੍ਰਾਣੀ ਪ੍ਰਭੂ ਦੀ ਕਿਰਪਾ ਦੇ ਨਾਲ ਇਹ 84 ਲੱਖ ਦੀ ਜੂਨ ਦੇ ਜਿਹੜਾ ਸਰਕਲ ਹੈ, ਉਹਦੇ ਵਿੱਚੋਂ ਨਿਕਲ ਕੇ ਆਜ਼ਾਦ ਹੋ ਜਾਂਦਾ ਹੈ ਅਤੇ ਹਮੇਸ਼ਾ ਦੇ ਲਈ ਲਿਬਰੇਟ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਪ੍ਰਭੂ ਦੀ ਬਹੁਤ ਉਸਤਤ ਕੀਤੀ ਹੈ। ਮਿਹਰਬਾਨ ਦਾਤੇ ਨੂੰ ਸੱਚੇ ਪਾਤਸ਼ਾਹ ਨੇ ਮਠਾਸ ਨਾਲ ਸਲਾਹਿਆ ਹੈ। ਉਹਦਾ ਅਸਲੀ ਕਰਤੱਵ, ਉਹਦਾ ਅਸਲੀ ਰੂਪ ਸਾਨੂੰ ਸਮਝਾਇਆ ਹੈ ਕਿ ਉਹਨੂੰ ਮਿਣਿਆ ਨਹੀਂ ਜਾ ਸਕਦਾ, ਉਹਨੂੰ ਗਿਣਿਆ ਨਹੀਂ ਜਾ ਸਕਦਾ। ਮਿਣਨ ਵਾਲੇ ਔਜ਼ਾਰ, ਗਿਣਨ ਵਾਲੇ ਹਿਸਾਬ ਸਾਰੇ ਦੇ ਸਾਰੇ ਮਨੁੱਖ ਨੇ ਆਪ ਦੇ ਲਈ ਬਣਾਏ ਹਨ।
ਦੁਨੀਆ ਦੇ ਵਿੱਚ ਕੋਈ ਵੀ ਮਿਣਨ ਵਾਲੀ ਸਕੇਲ ਜਾਂ ਗਿਣਨ ਵਾਲਾ ਮੈਥੇਮੈਟਿਕਸ ਇੰਨਾ ਵੱਡਾ ਹੈ ਹੀ ਨਹੀਂ ਜਿਹੜਾ ਪ੍ਰਭੂ ਦੀ ਮਿਣਤੀ ਕਰ ਸਕੇ ਜਾਂ ਉਹਦੀ ਗਿਣਤੀ ਕਰ ਸਕੇ। ਉਹ ਇਸ ਮਨੁੱਖ ਦੀ ਬਣਾਈ ਹੋਈ ਗਿਣਤੀ ਮਿਣਤੀ ਤੋਂ ਬਾਹਰ ਹੈ। ਹਾਂ, ਇੱਕ ਇਨਸਾਨ ਦੇ ਹੱਥ ਦੇ ਵਿੱਚ ਹੈ, ਉਹ ਵੀ ਉਹਦੀ ਕਿਰਪਾ ਦੇ ਨਾਲ। ਜੇ ਆਪਣੇ ਤੋਂ ਹਟ ਕੇ, ਆਪਣੀ ਮੈਂ ਨੂੰ ਛੱਡ ਕੇ ਪ੍ਰੀਤਮ ਪਿਆਰੇ ਦੇ ਚਰਨਾਂ ਦੇ ਵਿੱਚ ਢਹਿ ਪੈਂਦਾ ਹੈ, ਤਾਂ ਹਮੇਸ਼ਾ ਬਖਸ਼ੰਦ ਦਿਆਲੂ ਕਿਰਪਾਲੂ ਪ੍ਰਭੂ ਉਹਨੂੰ ਬਖਸ਼ ਦਿੰਦਾ ਹੈ। ਢੀਠ ਹੋ ਕੇ ਉਹ ਤੋਂ ਮਿਹਰ ਮੰਗੀ ਜਾਵੇ, ਬਾਰ-ਬਾਰ ਪ੍ਰਭੂ ਨੂੰ ਧਿਆਈ ਜਾਵੇ, ਫਿਰ ਉਹਦੀ ਪਿਆਸ, ਉਹਦੀ ਤ੍ਰੇਹ ਬੁਝ ਜਾਵੇਗੀ। ਜਿਸ ਤਰ੍ਹਾਂ ਬਬੀਹਾ ਸਮਝ ਤੋਂ ਬਾਹਰ ਹੱਠ ਨਾਲ ਆਪਣਾ ਦਿਮਾਗ ਨਹੀਂ ਵਰਤਦਾ, ਗਰਮੀ ਹੋਵੇ ਸਰਦੀ ਹੋਵੇ, ਦਿਨ ਰਾਤ ਪੁਕਾਰ ਕਰਦਾ ਹੈ ਕਿ ਮੈਨੂੰ ਉਹ ਸਵਾਤ ਬੂੰਦ ਬਖਸ਼ ਦੇ ਦਾਤਾ, ਬਖਸ਼ ਦੇ। ਕਰੀ ਹੀ ਜਾਂਦਾ ਹੈ ਬੇਨਤੀ, ਬੋਲੀ ਹੀ ਜਾਂਦਾ ਹੈ। ਫਿਰ ਪ੍ਰਭੂ ਦਿਆਲ ਹੋ ਕੇ ਟੁੱਟ ਪੈਂਦਾ ਹੈ ਅਤੇ ਸਿੱਧੇ ਉਹਦੇ 10ਵੇਂ ਦੁਆਰ ਦੇ ਵਿੱਚ ਉਹ ਬੂੰਦ ਟਿਕਾ ਦਿੰਦਾ ਹੈ। ਬਬੀਹਾ ਪਾਰ ਲੱਗ ਜਾਂਦਾ ਹੈ। ਇਸੇ ਤਰ੍ਹਾਂ ਪ੍ਰਾਣੀ ਹੈ, ਜੇ ਦਿਮਾਗ ਦਾ ਖਹਿੜਾ ਛੱਡ ਦੇਵੇ, ਮਨ ਦੇ ਪਿੱਛੇ ਲੱਗੇ, ਬਾਰ-ਬਾਰ ਬਾਰਨ-ਬਾਰ ਪ੍ਰਭੂ ਨੂੰ ਜਪੀ ਜਾਵੇ। ਬਾਰਨ-ਬਾਰ ਪ੍ਰਭ ਜਪੀਐ, ਦੁਆਰਾ ਪ੍ਰਭੂ ਨੂੰ ਜਪੀ ਚੱਲ। ਪੀ ਅਮਰ ਤੇ ਮਨ ਤਨ ਤਰਪੀਐ, ਤੇਰਾ ਮਨ ਤੇ ਤੇਰਾ ਤਨ ਦੋਨੇ ਰੱਜ ਜਾਣਗੇ ਸਿਰਫ ਵਾਹਿਗੁਰੂ 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 ਕਰਨ ਦੇ ਦੁਆਰਾ। ਤੇਰੀ ਰਸਨਾ ਖਾਣ ਦੇ ਸਵਾਦ ਚੱਖਦੀ ਹੈ, ਬੋਲ ਬੋਲ ਕੇ ਵਿੱਚੋਂ ਸਵਾਦ ਲੈਂਦੀ ਹੈ, ਤੂੰ ਪ੍ਰਸੰਨ ਹੁੰਦਾ ਹੈ। ਇਹਨੂੰ ਬਖਸ਼, ਪ੍ਰਭੂ ਦੀ ਮਿਲ ਜਾਵੇ। ਇਹ ਵੀ ਅੰਮ੍ਰਿਤ ਰੂਪੀ ਨਾਮ ਪ੍ਰੀਤਮ ਦਾ ਜਪੇ, ਤੇਰੀ ਆਤਮਾ ਠਰ ਜਾਵੇ, ਤੇਰੀ ਪਿਆਸ ਮੁੱਕ ਜਾਵੇ। ਉਸ ਇਲਾਹੀ ਅੰਮ੍ਰਿਤ ਨੂੰ ਪੀ ਕੇ ਤੇਰਾ ਸਰੀਰ ਕੰਚਨ ਵਰਗਾ ਪਵਿੱਤਰ ਹੋ ਜਾਵੇ। ਵਾਰਨ-ਵਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਏ। ਇਹ ਤੇਰਾ ਜਿਹੜਾ ਮਨ ਹੈ, ਤਨ ਹੈ, ਜਿਹੜਾ ਪ੍ਰੀਤਮ ਨੇ ਤੈਨੂੰ ਬਖਸ਼ਿਆ ਹੈ, ਤੇਰਾ ਨਹੀਂ ਹੈ, ਤੈਨੂੰ ਤਾਰ ਦੇਵੇਗਾ, ਤੈਨੂੰ ਮੋਕਸ਼ ਵੱਲ ਲੈ ਜਾਵੇਗਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਜਿਨ੍ਹਾਂ ਨੇ ਪਿਆਰਿਆਂ ਨੇ ਆਪਣੇ ਆਪ ਨੂੰ ਸਮਰਪਣ ਕਰਕੇ ਨਾਮ ਪ੍ਰਾਪਤ ਕਰ ਲਿਆ, ਤਾਂ ਉਹਨਾਂ ਨੂੰ ਫਿਰ ਕੁਝ ਹੋਰ ਨਹੀਂ ਸੁੱਝਿਆ। ਦੁਨੀਆ ਦੇ ਰੰਗ ਤਮਾਸ਼ੇ ਉਹਨਾਂ ਨੂੰ ਮੋੜ ਨਹੀਂ ਸਕੇ, ਇੱਕ ਦੇ ਬਣ ਕੇ ਹੀ ਰਹਿ ਗਏ। ਗੁਰਮੁਖ ਨੇ ਗੁਰੂ ਨੂੰ ਪ੍ਰਾਪਤ ਕਰ ਲਿਆ,
ਨਾਮ ਦੇ ਰਾਹੀਂ ਨਾਮ ਦਾ ਹੀਰਾ ਪ੍ਰਾਪਤ ਹੋ ਗਿਆ। ਫਿਰ ਉਹਨਾਂ ਨੂੰ ਹੋਰ ਕਿਸੇ ਖਿੱਚ ਨੇ ਖਿੱਚਿਆ ਨਹੀਂ, ਧਨ ਨੇ ਵੀ ਨਹੀਂ, ਦੌਲਤ ਨੇ ਵੀ ਨਹੀਂ, ਆਪਣੀ ਮੈਂ ਨੇ ਵੀ ਨਹੀਂ। ਗਰੀਬੀ ਮਿਲ ਗਈ ਪ੍ਰੀਤਮ ਪਿਆਰੇ ਦੀ, ਹਮੇਸ਼ਾ ਹਮੇਸ਼ਾ ਦੇ ਲਈ ਉਹਦਾ ਸੰਗੀ ਬਣ ਗਿਆ। ਬਗਾਨਗੀ ਛੁੱਟ ਗਈ, ਆਪਣਾਪਣ ਜ਼ਾਹਰ ਹੋ ਗਿਆ, ਮਿਲ ਗਿਆ। ਨਾਮ ਧਨ, ਨਾਮੋ ਰੂਪ ਰੰਗ, ਨਾਮੋ ਸੁਖ, ਹਰ ਨਾਮ ਕਾ ਸੰਗ। ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਸਾਧਨਾ ਹੀ ਉਹਨਾਂ ਦਾ ਧੰਦਾ ਬਣ ਗਿਆ। ਉਹਨਾਂ ਦਾ ਧਨ ਵੀ, ਉਹਨਾਂ ਦਾ ਰੂਪ ਵੀ, ਉਹਨਾਂ ਦਾ ਰੰਗ ਵੀ, ਸਾਰੇ ਪਾਸੇ ਨਾਮ ਦੀ ਹੀ ਖੁਸ਼ੀ ਹੈ, ਨਾਮ ਦੀ ਹੀ ਖੁਮਾਰੀ ਹੈ। ਗੁਰੂ ਪਿਆਰਿਓ, ਦੁਨੀਆ ਦੇ ਵਿੱਚ ਇਨਸਾਨ ਧਨ ਨਾਲ ਖੁਸ਼ ਹੁੰਦਾ ਹੈ। ਜਾਂ ਸੋਹਣਾ ਸਰੀਰ ਹੋਵੇ, ਰੰਗ ਚਿੱਟਾ ਰੰਗ ਦੁਨੀਆ ਨੇ ਝਮਲਾਇਆ ਹੋਇਆ ਹੈ। ਬਾਰ-ਬਾਰ ਹੰਕਾਰ ਆਉਂਦਾ ਹੈ ਕਿਸੇ ਨੂੰ ਆਪਣੇ ਰੰਗ ਉੱਤੇ। ਦੁਨੀਆ ਦੇ ਵਿੱਚ ਪ੍ਰਭੂ ਨੇ ਰੰਗ ਬਰੰਗੇ ਪ੍ਰਾਣੀ ਬਣਾਏ ਹਨ, ਵੱਖਰੇ ਵੱਖਰੇ। ਕੋਈ ਵੀ ਰੰਗ ਵਿਸ਼ੇਸ਼ ਨਹੀਂ ਹੈ। ਜਿਹੜਾ ਸੋਹਣਾ ਲੱਗਦਾ ਹੈ, ਕਿਸੇ ਦੀ ਚੋਇਸ ਕੋਈ ਹੈ, ਉਹਦੇ ਵਿੱਚ ਸੁੰਦਰਤਾ ਹੈ। ਕਾਲੇ ਰੰਗ ਦੇ ਵਿੱਚ ਵੀ ਚਮਕ ਹੈ, ਗੋਰੇ ਰੰਗ ਦੇ ਵਿੱਚ ਵੀ ਗਿਰਾਵਟ ਹੈ, ਜੇ ਗੁਣਾਂ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇੱਕ ਨਾਮ ਹੈ ਜਿਹੜਾ ਹਰ ਥਾਂ ਉੱਤੇ ਚਮਕਦਾ ਹੈ, ਨਿਖਰਦਾ ਹੈ, ਨਿਖਾਰਦਾ ਹੈ। ਨਾਮ ਧਨ, ਨਾਮੋ ਰੂਪ ਰੰਗ, ਨਾਮੋ ਸੁਖ, ਹਰ ਨਾਮ ਕਾ ਸੰਗ। ਅਸੀਂ ਸੰਗੀਆਂ ਦੀ ਕੰਪਨੀ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸਾਨੂੰ ਆਪਣੇ ਮਿਲ ਗਏ। ਚਾਅ ਚੜ੍ਹ ਜਾਂਦਾ ਹੈ ਮਿਲਣ ਦੇ ਨਾਲ, ਸੰਗ ਦੇ ਨਾਲ। ਆਰਾਮ ਮਿਲਦਾ ਹੈ। ਦੁਨਿਆਵੀ ਸੰਸਾਰੀ ਜਦੋਂ ਦੂਸਰੇ ਸੰਸਾਰੀ ਨੂੰ ਮਿਲਦਾ ਹੈ, ਉਹਨੂੰ ਚਾਅ ਚੜ੍ਹ ਜਾਂਦਾ ਹੈ, ਆਪਣਾਪਣ ਪ੍ਰਾਪਤ ਹੋ ਗਿਆ। ਫੁੱਲਿਆ ਨਹੀਂ ਸਮਾਉਂਦਾ। ਸਰੀਰਾਂ ਦਾ ਮਿਲਣ ਉਹਦੀ ਖੁਸ਼ੀ ਹੈ, ਪਰ ਭਗਤਾਂ ਦੀ ਖੁਸ਼ੀ ਨਿਵੇਕਲੀ ਹੈ। ਉਹਦੇ ਪਿਆਰਿਆਂ ਦੀ ਖੁਸ਼ੀ ਦਾ ਵੱਖਰਾ ਪ੍ਰਗਟਾਵਾ ਹੈ। ਉਹ ਈਸ਼ਵਰ ਦੇ ਨਾਮ ਦੇ ਨਾਲ ਹੀ ਖੁਸ਼ ਹੁੰਦੇ ਹਨ। ਉਹੀ ਉਹਨਾਂ ਦਾ ਧਨ ਹੈ। ਉਹਨਾਂ ਦੀ ਸੁੰਦਰਤਾ ਚਮਕਦੀ ਹੈ, ਠਾਠਾਂ ਮਾਰਦੀ ਹੈ ਜਦੋਂ ਨਾਮ ਜਪਦੇ ਹਨ। ਉਹਨਾਂ ਨੂੰ ਪ੍ਰਭੂ ਦਾ ਸਾਥ ਪ੍ਰਾਪਤ ਹੁੰਦਾ ਹੈ, ਪ੍ਰਭੂ ਦਾ ਸੰਗ ਮਿਲਦਾ ਹੈ, ਪ੍ਰਭੂ ਦੀ ਕੰਪਨੀ ਦੇ ਵਿੱਚ ਰਹਿੰਦੇ ਹਨ। ਜਦੋਂ ਵਾਹਿਗੁਰੂ 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 ਕਰਦੇ ਹਨ, ਇਲਾਹੀ ਜੀਵਨ ਮਿਲ ਜਾਂਦਾ ਹੈ। ਸੁੱਖ ਦੁੱਖ 'ਚੋਂ ਨਿਕਲ ਕੇ ਮਹਾਨੰਦ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਜਿਹੜੇ ਨਾਮ ਦਾ ਰਸ ਪੀ ਪੀ ਕੇ ਰੱਜ ਗਏ ਹਨ, ਨਾਮ ਰਸ ਜੋ ਜਨ ਤ੍ਰਿਪਤਾਨੇ, ਭਿੱਜ ਗਏ ਹਨ, ਗੜੂਦ ਹੋ ਗਏ ਹਨ, ਇਲਾਹੀ ਖੁਸ਼ੀ ਦੇ ਵਿੱਚ ਮਸਤਾਨੇ ਹੋ ਗਏ ਹਨ।
ਦੀਵਾਨੇ ਹੋ ਗਏ ਹਨ ਅੰਮ੍ਰਿਤ ਪੀ ਪੀ ਕੇ। ਮਨ ਤਨ ਨਾਮੇ ਨਾਮ ਸਮਾਨੇ, ਨਾਮ ਦੇ ਵਿੱਚ ਸਮਾ ਗਏ ਹਨ, ਪ੍ਰਭੂ ਦਾ ਰੂਪ ਬਣ ਗਏ ਹਨ। ਸੰਸਾਰੀ ਲੋੜਾਂ ਤੋਂ ਬਾਹਰ, ਸੰਸਾਰੀ ਈਰਖਾਵਾਂ ਤੋਂ ਬਾਹਰ। ਕੋਈ ਦੁਸ਼ਮਣ ਨਹੀਂ ਹੈ, ਕੋਈ ਮਿੱਤਰ ਨਹੀਂ ਹੈ, ਕੋਈ ਭਾਸ਼ਾ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਸੁੱਖ ਨਹੀਂ ਹੈ, ਕੋਈ ਤੜਫ ਨਹੀਂ ਹੈ, ਕੋਈ ਮਿਲਣ ਨਹੀਂ ਹੈ, ਕੋਈ ਵਿਜੋਗ ਨਹੀਂ ਹੈ। ਇਹਨਾਂ ਸਾਰਿਆਂ ਤੋਂ ਵੱਖਰਾ ਇੱਕ ਨਵਾਂ ਰਿਸ਼ਤਾ, ਭਿੱਜ ਜਾਣਾ, ਮਿਲ ਜਾਣਾ, ਸਮੋ ਜਾਣਾ, ਇੱਕ ਬਣ ਜਾਣਾ, ਦੋਹਾਂ ਤੋਂ ਇੱਕ ਬਣ ਜਾਣਾ। ਉਹ ਅਵਸਥਾ ਪ੍ਰਾਪਤ ਹੋ ਗਈ ਭਗਤ ਨੂੰ, ਤੇ ਭਗਤ ਲੀਨ ਹੋ ਗਿਆ। ਜਿਹੜੇ ਪ੍ਰਾਣੀ ਉਹਨੂੰ ਧਿਆਉਂਦੇ ਹਨ ਤੇ ਉਹਨੂੰ ਪਾਉਂਦੇ ਹਨ, ਉਸ ਰਸ ਦੇ ਵਿੱਚ ਭਿੱਜ ਜਾਂਦੇ ਹਨ ਤੇ ਸਮਾ ਜਾਂਦੇ ਹਨ। ਊਠਤ ਬੈਠਤ ਸੋਭਤ ਨਾਮ, ਖਲੋਦਿਆਂ ਬਹਿਦਿਆਂ ਸੁੱਤਿਆਂ ਉਹਦਾ ਨਾਮ ਜਪਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰਾ ਕੰਮ ਧੰਦਾ ਛੱਡ ਦਿਓ, ਆਪਣੀਆਂ ਲੋੜਾਂ ਤੋਂ ਭੱਜ ਜਾਵੋ, ਆਪਣੀਆਂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾ ਦੇਵੋ। ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਵਿਹਲੇ ਰਹੋ, ਪਰਿਵਾਰ ਪਰੇਸ਼ਾਨ ਹੋਵੇ। ਇਹ ਗ੍ਰਸਤੀ ਦਾ ਜੀਵਨ ਨਹੀਂ ਹੈ, ਇਹ ਨਾਨਕ ਦੇ ਸੰਸਾਰੀ ਦਾ ਜੀਵਨ ਨਹੀਂ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਕੰਮ ਕਰਦਿਆਂ ਹੋਇਆ ਨਾਮ ਜਪਿਆ ਤੇ ਆਪਣੇ ਪਿਆਰੇ ਸਿੱਖਾਂ ਨੂੰ ਬੈਠਦੇ ਉੱਠਦੇ ਸੌਂਦਿਆਂ ਨੂੰ ਸੁਪਨੇ ਆਉਂਦੇ ਹਨ। ਕਈ ਵਾਰ ਸੁਪਨਿਆਂ ਦੇ ਵਿੱਚ ਸੁਪਨੇ ਆਉਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਸੁਪਨਾ ਹੀ ਹੈ। ਤੇਰੀ ਆਦਤ ਇੰਨੀ ਪੱਕ ਜਾਵੇ, ਤੇਰੀ ਹੈਬਿਟ ਇੰਨੀ ਸਟਰੋਂਗ ਹੋ ਜਾਵੇ ਕਿ ਤੈਨੂੰ ਸੁਪਨੇ ਹੀ ਨਾਮ ਦੇ ਆਉਣ। ਸੁਪਨਿਆਂ ਦੇ ਵਿੱਚ ਤੂੰ ਨਾਮ ਹੀ ਜਪੇ। ਜਦ ਸੁਪਨੇ ਦੇ ਵਿੱਚ ਸੁਪਨੇ ਆਉਣ ਤਦ ਵੀ ਤੂੰ ਉਹਨੂੰ ਧਿਆਵੇਂ। ਉੱਠੇ ਬੈਠੇ, ਉੱਠ ਕੇ ਕੋਈ ਕੰਮ ਕਰਦਾ, ਕਬੀਰ ਵਾਂਗੂ ਖੱਦੀ ਮੁੜਦਾ, ਤਾੜੀ ਤੜਦਾ, ਤਾਂ ਉਹਦਾ ਨਾਮ ਜਪ। ਧੰਨੇ ਵਾਂਗੂ ਖੇਤੀ ਕਰਦਾ, ਡੰਗਰ ਚਾਰਦਾ, ਫਸਲਾਂ ਨੂੰ ਪਾਣੀ ਦਿੰਦਾ, ਤਾਂ ਉਹਦਾ ਨਾਮ ਜਪ। ਹਮੇਸ਼ਾ ਹੀ ਹਰ ਕੰਮ, ਹਰ ਧੰਦੇ ਦੇ ਵਿੱਚ ਨਾਮ ਸ਼ਾਮਲ ਕਰ ਲੈ। ਆਦਤ ਬਣਾ ਲੈ। ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੇਰੀ ਰੁਟੀਨ ਬਣ ਜਾਵੇ। ਜਿਵੇਂ ਤੈਨੂੰ ਪਤਾ ਹੀ ਨਹੀਂ ਲੱਗਦਾ ਤੂੰ ਸਰੀਰ ਦੀਆਂ ਕਿਰਿਆਵਾਂ ਕਰਦਾ ਹੈ, ਖਾਂਦਾ ਹੈ, ਸੌਂਦਾ ਹੈ, ਆਪਣੇ ਸਰੀਰ ਨੂੰ ਡਿਸਪੋਜ਼ ਆਫ ਕਰਦਾ ਹੈ। ਇਹ ਤੇਰੀ ਹਰ ਰੋਜ਼ ਦੀ ਇੱਕ ਕਿਰਿਆ ਬਣ ਚੁੱਕੀ ਹੈ। ਇਹਦੇ ਲਈ ਤੂੰ ਸੋਚਦਾ ਨਹੀਂ, ਵਿਸ਼ੇਸ਼ ਤੌਰ 'ਤੇ ਧਿਆਨ ਵੀ ਨਹੀਂ ਦਿੰਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਨਾਨਕ ਜਨ ਕੇ ਸਦ ਕਾਮ। ਇੱਕ ਵਿਹਾਰ ਬਣਾ ਲੈ ਰੱਬ ਦੇ ਨਾਮ ਨੂੰ ਯਾਦ ਕਰਨ ਦਾ। ਜਿਵੇਂ ਦਾਸ
ਨਾਨਕ ਜਨ ਕੈ ਸਦ ਕਾਮ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਗੁਲਾਮ ਮਾਲਕ ਦਾ ਨਾਮ ਜਪਦਾ ਹੈ, ਹਮੇਸ਼ਾ ਧਿਆਨ ਰੱਖਦਾ ਹੈ, ਚਕੰਨਾ ਰਹਿੰਦਾ ਹੈ, ਉਹਦੇ ਹੁਕਮ ਨੂੰ ਉਡੀਕਦਾ ਹੈ ਕਿ ਕਦੋਂ ਹੁਕਮ ਆਉਂਦਾ ਹੈ, ਕਦੋਂ ਮੈਂ ਜੈਸ ਕਹਾਂ, ਹਾਂ ਕਹਾਂ। ਮੇਰਾ ਪਿਆਰਾ, ਮੇਰਾ ਮਾਲਕ ਮੇਰੇ ਤੋਂ ਗੁੱਸੇ ਵਿੱਚ ਨਾ ਹੋ ਜਾਵੇ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਨਾਮ ਜਪਣ ਦੀ ਮਹਿਮਾ, ਨਾਮ ਦਾ ਫਲ ਕੀ ਮਿਲਦਾ ਹੈ, ਸਾਨੂੰ ਸੱਚੇ ਪਾਤਸ਼ਾਹ ਨੇ ਬਹੁਤ ਪਿਆਰੇ ਤਰੀਕੇ ਨਾਲ ਸਮਝਾਇਆ ਹੈ। ਇੱਕ ਵਾਰ ਗੁਰੂ ਪਿਆਰਿਓ, ਆਪਾਂ ਅੰਗਰੇਜ਼ੀ ਦੇ ਵਿੱਚ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਇਸੇ ਪਦ ਨੂੰ ਵਿਚਾਰੀਏ। ਵਾਰਨ ਵਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਿਪੀਏ। ਨਾਨਕ ਮੈਡੀਟੇਟ again and again and again, utter Lord's name. By drinking the name nectar, the soul and body are purified, are fulfilled, are satisfied. Name of Lord is so great, no hunger, no thirst can come close to you. Nectar is so divine, you won't think anything else. Your mind is satisfied, and your body is satisfied also. ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। Person who receives the name jewel, that Guru word beholds no other than God. The meditator, God's lover, succeeded to see the Lord, achieved his grace. He don't think anything else now. He gave himself to Lord. Now the grace prevails all over. No competition, no substitute, nobody else. Naam dhan, naamo roop rang, naamo sukh har naam ka sang. The name is wealth for the God's reciter, God's meditator. Everything is Lord's name. Beauty, delight, wealth, all are blessing of God's name. Name is the comfort, and name is the friend, name is the comrade. The attachment of mind, Lord, accept, becomes one from two. Naam ras jo jan triptane, man tan name naam samane. The persons who are satisfied, the persons who are filled with the nectar of name, they are full, they got comfort, they got divineness in their system. Now their mind and body both are merged with the Lord. Their identification is God. Now are no more them. Now they are just Him and Him.
ਊਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। To repeat the name while standing, sitting and sleeping, says Nanak, is ever the avocation of God's slave. It is a daily routine of Lord's slave. Always company of Lord. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਢੀਠ ਹੋ ਕੇ ਜਿਵੇਂ ਬੱਚਾ ਰੋਂਦਾ ਹੈ, ਮਾਂ ਨੂੰ ਇਹ ਪਤਾ ਹੁੰਦਾ ਹੈ ਕਿ ਮੇਰਾ ਛੋਟਾ ਜਿਗਰ ਦਾ ਟੋਟਾ ਰੋ ਰਿਹਾ ਹੈ, ਫਿਰ ਵੀ ਉਹ ਕੰਮ ਧੰਦਾ ਕਰੀ ਜਾਂਦੀ ਹੈ। ਰੋਂਦੇ ਬੱਚੇ ਦੀ ਕ੍ਰਿਬ ਦੇ ਕੋਲ ਆਉਂਦੀ ਹੈ, ਗੇੜਾ ਮਾਰਦੀ ਹੈ, ਪਰ ਉਹਦਾ ਰੋਣਾ ਉਹਨੂੰ ਰੋਕਦਾ ਨਹੀਂ। ਮਾਂ ਉਹਦੇ ਹਿਰਦੇ ਨੂੰ ਜਾਣਦੀ ਹੈ ਕਿ ਬੱਚਾ ਯਾਦ ਕਰਦਾ ਹੈ, ਲੋੜ ਹੈ, ਇਹਨੂੰ ਭੁੱਖ ਲੱਗੀ ਹੈ, ਇਹਨੂੰ ਪਿਆਸ ਲੱਗੀ ਹੈ, 5-4 ਮਿੰਟ ਮੈਂ ਹੋਰ ਇਹ ਕੰਮ ਮੁਕਾ ਲਵਾਂ, ਸੁਰੱਖਿਅਤ ਹੈ। ਪਰ ਜਦੋਂ ਹੀ ਬੱਚੇ ਦੀ ਟੋਨ ਬਦਲ ਜਾਂਦੀ ਹੈ, ਮਾਂ ਦਾ ਹਿਰਦਾ ਛਿੰਨ ਦੇ ਵਿੱਚ ਬੱਚੇ ਕੋਲ ਆ ਕੇ ਉਹਨੂੰ ਚੁੱਕ ਲੈਂਦਾ ਹੈ, ਕਿਉਂਕਿ ਦੋਨੇ ਦਿਲ ਇੱਕ ਦੂਸਰੇ ਨੂੰ ਜਾਣਦੇ ਹਨ। ਦਰਿਆਵੀ ਬੋਲੀ ਤੋਂ ਬਾਹਰ ਦਿਲਾਂ ਦੀ ਬੋਲੀ ਬੋਲਦੇ ਹਨ, ਸਮਝਦੇ ਹਨ। ਇਸੇ ਤਰ੍ਹਾਂ ਪ੍ਰਾਣੀ ਜੇ ਢੀਠ ਹੋ ਜਾਵੇ, ਦੁਆਰਾ ਪ੍ਰਭੂ ਨੂੰ ਜਪੀ ਜਾਵੇ, no matter what, if Maya always misguide the person, ਜਿਹੜੀ ਮਾਇਆ ਹੈ ਇਹ ਪ੍ਰਭੂ ਦੀ ਨੌਕਰਾਣੀ ਹੈ, employee of God। ਉਹਨੇ ਰੱਖੀ ਹੀ ਇਸ ਕਰਕੇ ਹੈ ਕਿ ਦੁਨੀਆ ਨੂੰ ਡੋਲਣ ਤੋਂ ਬਚਾ। ਮੇਰੇ ਇਨਸਾਨਾਂ ਨੂੰ ਡੋਲਣ ਨਾ ਦੇ, ਉਹਨਾਂ ਨੂੰ ਆਪਣੇ ਵਿੱਚ ਰੁਝਾ, ਆਪਣੇ ਪਦਾਰਥ ਦੇ ਵਿੱਚ ਫਸਾ। ਬਾਖੂਬੀ ਦੇ ਨਾਲ ਮਾਇਆ ਇਹ ਕਰਤੱਵ ਨਿਭਾ ਰਹੀ ਹੈ। ਇਨਸਾਨ ਆਈ ਜਾਂਦੇ ਹਨ, ਮਾਇਆ ਦੇ ਚੱਕਰ ਵਿਊ ਦੇ ਵਿੱਚ ਫਸੀ ਜਾਂਦੇ ਹਨ। ਦੁਆਰਾ ਬਲਵਾਨ ਹੈ, ਸ਼ਕਤੀਸ਼ਾਲੀ ਹੈ, ਪ੍ਰਭੂ ਦੀ ਅਸ਼ੀਰਵਾਦ ਦੇ ਨਾਲ ਨਿਯੁਕਤ ਹੋਈ ਹੈ। ਉਹਦੀ ਅਪੁਆਇੰਟਮੈਂਟ ਹੈ ਜਿਹੜੀ ਦੁਨੀਆ ਨੂੰ ਪਰਚਾਉਣ ਦੇ ਲਈ ਪ੍ਰਭੂ ਨੇ ਆਪ ਕੀਤੀ ਹੈ। ਆਪਣੇ ਅਦਾਰੇ ਦੇ ਵਿੱਚ ਰਹਿ ਕੇ ਲੋਕਾਂ ਨੂੰ ਪ੍ਰੇਰਦੀ ਹੈ, ਪਰ ਬਿਰਲੇ ਸਮਝ ਜਾਂਦੇ ਹਨ ਕਿ ਇਹ ਝੂਠਾ ਸੰਗ ਹੈ, ਇਹਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੋਣਾ, ਗਵਾਉਣਾ ਹੀ ਹੈ। ਉਹ ਗਵਾਉਣੋਂ ਹਟ ਜਾਂਦੇ ਹਨ ਤੇ ਛਲਾਂਗ ਮਾਰ ਕੇ ਨਿਕਲ ਜਾਂਦੇ ਹਨ। ਪ੍ਰੀਤਮ ਪਿਆਰੇ ਵੱਲ ਆ ਜਾਂਦੇ ਹਨ ਤੇ ਫਿਰ ਬਾਰ ਉਹਨੂੰ ਯਾਦ ਕਰਕੇ ਉਹਦੀ ਮਿਹਰ ਨਾਲ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਹਨ। ਦੁਨੀਆ ਦੇ ਵਿੱਚ ਰਤਨ ਜਵਾਹਰ ਹੀਰੇ ਮੋਤੀ ਆਦਿ ਵਡਮੁੱਲੇ ਹਨ, ਉਹਨਾਂ ਦੀ ਕੀਮਤ ਹੈ। ਦੁਨੀਆ ਦੇ ਵਿੱਚ ਜੌਹਰੀ ਉਹਨਾਂ ਦੀ ਅਸਲੀ ਨਕਲ ਦੀ ਪਛਾਣ ਕਰਦੇ ਹਨ ਤੇ ਉਹਨਾਂ ਦਾ ਮੁੱਲ ਲਗਾਉਂਦੇ ਹਨ। ਉਹਨਾਂ ਦਾ ਕਿੰਨਾ ਭਾਅ, ਕਿੰਨੇ ਕੈਰਟ ਦੇ ਉਹ ਹਨ, ਜੌਹਰੀ ਜਾਣਦਾ ਹੈ। ਪਰ ਪ੍ਰਭੂ ਦਾ ਪਿਆਰਾ ਜਿਹੜਾ ਨਾਮ ਜਪਦਾ ਹੈ,
ਉਹਦਾ ਅੰਦਾਜ਼ਾ ਕੋਈ ਪ੍ਰਾਣੀ ਨਹੀਂ ਲਗਾ ਸਕਦਾ। ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪ੍ਰੀਤਮ ਪਿਆਰਾ ਹੀ ਉਹਦਾ ਮੁੱਲ ਜਾਣਦਾ ਹੈ। ਉਹ ਵੀ ਵਡਮੁੱਲਾ ਕਹਿ ਕੇ ਕਦੇ ਉਹਨਾਂ ਦਾ ਫਿਕਸ ਮੁੱਲ ਨਹੀਂ ਲਗਾਉਂਦਾ। ਓਪਨ ਐਂਡ ਹੀ ਰੱਖਦਾ ਹੈ ਕਿ ਮੈਨੂੰ ਪਿਆਰੇ ਮੇਰੇ ਨਾਲੋਂ ਵੀ ਪਿਆਰੇ ਹਨ। ਉਹਨਾਂ ਨੇ ਹੀਰਾ ਪ੍ਰਾਪਤ ਕਰ ਲਿਆ ਪ੍ਰਭੂ ਦਾ ਨਾਮ, ਬਾਕੀ ਸਾਰਾ ਕੁਝ ਛੱਡ ਦਿੱਤਾ। ਪਿਆਰਾ ਕਿਸੇ ਹੋਰ ਵੱਲ ਤੱਕਦਾ ਵੀ ਨਹੀਂ। ਉਹਦੀ ਖਾਹਿਸ਼ ਮੁੱਕ ਗਈ, ਉਹਦੀ ਡਿਜ਼ਾਇਰ ਕਿਤੇ ਚਲੇ ਗਈ। ਉਹ ਸੰਤੁਸ਼ਟ ਹੋ ਗਿਆ। ਦੁਨੀਆ ਦਾ ਖਿੱਚਣ ਵਾਲਾ ਧਨ ਉਹਨੂੰ ਖਿੱਚਦਾ ਨਹੀਂ। ਦੁਨੀਆ ਦੀ ਸਰੀਰਕ ਸੁੰਦਰਤਾ ਉਹਨੂੰ ਟੁੰਬਦੀ ਨਹੀਂ। ਦੁਨੀਆ ਦੀ ਬੱਲੇ ਬੱਲੇ ਕਰਾਉਣ ਮੈਂ ਕਹਾਉਣ ਦੀ ਰੀਝ ਵੱਲੋਂ ਦੇਖਦੇ ਵੀ ਨਹੀਂ, ਤੱਕਦੇ ਵੀ ਨਹੀਂ। ਉਹ ਮਸਤ ਮਲੰਗ ਹੋ ਗਏ। ਪ੍ਰਭੂ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਵੱਖਰਾ ਰੰਗ ਚੜ੍ਹ ਗਿਆ, ਜਿਹੜਾ ਦੁਨਿਆਵੀ ਰੂਪ ਰੰਗ ਦੇ ਵਿੱਚ ਨਹੀਂ, ਦੁਨਿਆਵੀ ਧਨ ਦੇ ਵਿੱਚ ਨਹੀਂ। ਉਹਨਾਂ ਨੂੰ ਕੰਪਨੀ ਮਿਲ ਗਈ, ਸੰਗ ਮਿਲ ਗਿਆ ਪ੍ਰਭੂ ਦੇ ਬਖਸ਼ੇ ਹੋਏ ਪਿਆਰਿਆਂ ਦਾ। ਉਹਨਾਂ ਦੇ ਨਾਲ ਮਿਲ ਕੇ ਨਾਮ ਜਪਦੇ, ਪ੍ਰਭੂ ਦਾ ਗੀਤ ਗਾਉਂਦੇ, ਸਰੀਰ ਤੋਂ ਬਾਹਰ ਦੀਆਂ ਬਾਤਾਂ ਪਾਉਂਦੇ ਤੇ ਪ੍ਰਭੂ ਦੇ ਨਾਲ ਮਿਲ ਕੇ ਪ੍ਰਭੂ ਦੀ ਮਿਹਰ ਨਾਲ ਉਹਨੂੰ ਯਾਦ ਕਰਦੇ। ਰੰਗ ਚੜ੍ਹ ਗਿਆ ਉਹਨਾਂ ਨੂੰ ਉਸ ਗੁਰੂ ਦਾ, ਉਸ ਵਾਹਿਗੁਰੂ ਦਾ, ਉਸ ਰੱਬ ਦਾ। ਸੰਗ ਮਿਲ ਗਿਆ, ਸੰਗਮ ਹੋ ਗਿਆ। ਜਿਵੇਂ ਮਛਲੀ ਪਾਣੀ ਤੋਂ ਬਿਨਾਂ ਤੜਫਦੀ ਰਹੀ, ਅਚਾਨਕ ਪਾਣੀ ਮਿਲ ਗਿਆ, ਉਹਦੇ ਵਿੱਚ ਜਾਨ ਦੁਬਾਰਾ ਆ ਗਈ, ਬਖਸ਼ੀ ਗਈ। ਜਿਹੜੀ ਮਛਲੀ ਮਰਨ ਦੇ ਕਿਨਾਰੇ ਸੀ, ਮਰੀ ਹੋਈ ਮਛਲੀ ਨੂੰ ਪਾਣੀ ਮਿਲ ਗਿਆ ਤਾਂ ਜ਼ਿੰਦਗੀ ਦੁਬਾਰਾ ਆ ਗਈ। ਇਸੇ ਤਰ੍ਹਾਂ ਪ੍ਰਭੂ ਤੋਂ ਵਿਛੜਿਆ ਹੋਇਆ ਨੂੰ ਉਹਦਾ ਨਾਮ ਮਿਲ ਗਿਆ, ਉਹਨਾਂ ਨੂੰ ਰੰਗ ਚੜ੍ਹ ਗਿਆ ਤੇ ਉਹਨਾਂ ਉੱਤੇ ਸੰਗਮ ਵਰਤ ਗਿਆ। ਭਰ ਗਏ, ਛੇਕ ਹੀ ਨਹੀਂ ਮਾਰਦੇ, ਖਾਲੀ ਖੜਕਦੇ ਹਨ, ਖਾਲੀ ਆਪਣੇ ਆਪ ਨੂੰ ਦੱਸਦੇ ਹਨ। ਭਰੇ ਹੋਏ, ਕਿਸੇ ਨੂੰ ਨਿੰਦਦੇ ਨਹੀਂ, ਕਿਸੇ ਨੂੰ ਸਲਾਉਂਦੇ ਵੀ ਨਹੀਂ, ਕਿਸੇ ਨੂੰ ਗਵਾਉਂਦੇ ਵੀ ਨਹੀਂ। ਉਹਨਾਂ ਦੇ ਅੰਦਰ ਫੁੱਲ ਫਲਤਾ, ਭਰਿਆ ਪਣ ਉਹਨਾਂ ਨੂੰ ਦੋਨਾਂ ਤੋਂ ਹੀ ਬਚਾਉਂਦਾ ਹੈ, ਖੜਕਣ ਤੋਂ ਤੇ ਟੁੱਟਣ ਤੋਂ ਤੇ ਭੱਜਣ ਤੋਂ। ਸਹੀ ਸਲਾਮਤਾ ਉਹਨਾਂ ਉੱਤੇ ਵਰਤ ਗਈ। ਨਾਮ ਦੀ ਉਹਦੇ ਨਾਲ ਰੱਜ ਗਏ ਤੇ ਨਾਮ ਦੇ ਨਾਲ ਪ੍ਰੀਤਮ ਦੇ ਵਿੱਚ ਸਮਾ ਗਏ। ਹੁਣ ਜਦੋਂ ਉਹ ਉੱਠਦੇ ਹਨ, ਬੈਠਦੇ ਹਨ, ਸੌਂਦੇ ਹਨ, ਇਹ ਉਹਨਾਂ ਦਾ ਧੰਦਾ ਬਣ ਗਿਆ, ਉਹਨਾਂ ਦਾ ਕੰਮ ਬਣ ਗਿਆ, ਹਮੇਸ਼ਾ ਪ੍ਰੀਤਮ ਨੂੰ ਯਾਦ ਕਰਨ ਦਾ, ਹਮੇਸ਼ਾ ਪ੍ਰੀਤਮ ਨੂੰ ਧਿਆਉਣ ਦਾ। ਗੁਰੂ ਪਿਆਰਿਓ, ਅੱਜ ਦੇ ਯੁੱਗ ਦੇ ਵਿੱਚ 21ਵੀਂ ਸਦੀ ਦੇ ਵਿੱਚ ਇਨਸਾਨ ਸਭ ਤੋਂ ਜ਼ਿਆਦਾ ਸਮਾਂ ਬਰਬਾਦ ਕਰਦਾ ਹੈ ਦੁਨੀਆ ਦੀ ਉਸਤਤ ਕਰਨ ਦਾ ਜਾਂ ਦੁਨੀਆ ਨੂੰ ਨਿੰਦਣ ਦਾ। ਸਵੇਰ ਤੋਂ ਸ਼ਾਮ ਤੱਕ ਉਹਦਾ ਵੱਡਾ ਸਮਾਂ ਹਰ ਰੋਜ਼ ਇਸ ਪਾਸੇ ਹੀ ਬਰਬਾਦ ਹੁੰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ
ਸਾਨੂੰ ਸਮਝਾਉਂਦੇ ਹਨ ਕਿ ਪੁਰਾਣੀ ਦੁਨੀਆ ਤੋਂ ਕੀ ਲੈਣਾ ਹੈ, ਮਰਨ ਵਾਲੀ ਹੈ, ਇਹਨੂੰ ਸਲਾਹ ਕੇ ਵੀ ਕੀ ਕਰਨਾ ਹੈ, ਇਹਨੂੰ ਨਿੰਦ ਕੇ ਵੀ ਕੀ ਖੱਟਣਾ ਹੈ। ਜਿਹੜੀ ਜਾਣ ਵਾਲੀ ਵਸਤੂ ਹੈ ਉਹਦੇ ਚੋਂ ਕੀ ਪ੍ਰਾਪਤ ਕਰੇਗਾ। ਅਲਾਹੀ ਸਦੀਵੀ ਵੱਲ ਅੱਖਾਂ ਪੁੱਟ ਕੇ ਦੇਖ। ਸਦਾ ਦੇ ਲਈ ਜੀਣਾ ਹੈ ਤਾਂ ਧਿਆਨ ਧਰ। ਆਪਣੀ ਮੈਂ ਤੋਂ ਤੈਂ ਕੀ ਖੱਟਿਆ, ਕੀ ਪ੍ਰਾਪਤ ਕੀਤਾ। ਬਦ ਅਮਨੀ ਤੋਂ ਭਟਕਣਾ ਤੋਂ ਬਿਨਾਂ ਕੀ ਖੱਟਿਆ। ਹੁਣ ਸਮਾਂ ਹੈ ਆਪਣੀ ਰਸਨਾ ਨੂੰ, ਆਪਣੇ ਮਨ ਨੂੰ ਮੋੜ ਲੈ, ਪ੍ਰਭੂ ਦੇ ਚਰਨਾਂ ਦੇ ਵਿੱਚ ਢੇਰੀ ਕਰ ਦੇ। ਉਹਦੀ ਮਿਹਰ ਨੂੰ ਮੰਗ ਲੈ। ਤੇਰੇ ਕੋਲ ਕੋਈ ਗੁਣ ਨਹੀਂ ਹੈ, ਤੇਰੇ ਕੋਲ ਕੋਈ ਇਸ ਤਰ੍ਹਾਂ ਦਾ ਤਰੀਕਾ ਨਹੀਂ ਹੈ ਜਿਹੜਾ ਤੂੰ ਆਪਣੀ ਮੈਂ ਤੋਂ ਜਿੱਤ ਜਾਵੇ। ਮੈਂ ਬੜੀ ਬਲਵਾਨ ਹੈ ਜਿਹੜੀ ਮਾਇਆ ਦੇ ਹੱਥਾਂ ਦੇ ਵਿੱਚ ਖੇਡਦੀ ਹੈ, ਤੈਨੂੰ ਕਦੇ ਵੀ ਜਿੱਤਣ ਨਹੀਂ ਦਿੰਦੀ। ਤੈਨੂੰ ਸਾਥ ਦੀ ਲੋੜ ਹੈ, ਤੈਨੂੰ ਪ੍ਰਭੂ ਦੀ ਪ੍ਰਾਪਤੀ ਦੀ ਲੋੜ ਹੈ। ਇਸ ਜ਼ਿਲ੍ਹਣ ਚੋਂ ਨਿਕਲਣ ਦੇ ਲਈ ਉਹਦੀ ਬਖਸ਼ਿਸ਼ ਮੰਗ ਲੈ। ਜੇ ਤੈਂ ਕੁਝ ਪਾਉਣਾ ਹੈ ਭੋਲਿਆ ਤਾਂ ਗਵਾਉਣ ਦੇ ਲਈ ਤਿਆਰ ਹੋ ਜਾ। ਕੌਡੀਆਂ ਦੇ ਕੇ ਜੇ ਤੈਨੂੰ ਰਤਨ ਜਵਾਹਰਾਤ ਮਿਲਦੇ ਹਨ ਤਾਂ ਸੌਦਾ ਬੜਾ ਸਸਤਾ ਹੈ, ਵੈਰੀ ਚੀਪ ਡੀਲ ਹੈ। ਮੇਕ ਇਟ, ਕਲੋਜ਼ ਇਟ, ਫਾਈਨਲ ਇਟ। ਯੂ ਵੋਂਟ ਗੈਟ ਦਾ ਚਾਂਸ ਅਗੇਨ। ਜਿਹੜਾ ਤੇਰਾ ਮਿਲਣ ਵਾਲਾ ਸੌਦਾ ਹੈ, ਆਪਣੇ ਆਪ ਨੂੰ ਦੇ ਕੇ ਪ੍ਰਭੂ ਨੂੰ ਪਾਉਣਾ ਬੜਾ ਸਸਤਾ ਹੈ। ਇਹਨੂੰ ਫਾਈਨਲ ਕਰ ਦੇ, ਆਪਣੇ ਆਪ ਨੂੰ ਉਹਦੇ ਚਰਨਾਂ ਦੇ ਵਿੱਚ ਢੇਰੀ ਕਰ ਦੇ। ਉਹਨੇ ਤੈਨੂੰ ਐਕਸੈਪਟ ਕਰ ਲਿਆ। ਤੂੰ ਬਾਰ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੀ ਲੱਗਦਾ ਤੇਰਾ? ਤੂੰ ਥੱਕਦਾ ਵੀ ਨਹੀਂ। ਫਿਰ ਹਮੇਸ਼ਾ ਦੇ ਲਈ ਆਟੋ ਸਿਸਟਮ 'ਤੇ ਚਲੇ ਜਾਵੇਗਾ। ਫਿਰ ਆਪਣੇ ਆਪ ਬੈਠਾ ਉੱਠਦਾ ਤੁਰਦਾ ਫਿਰਦਾ ਕੰਮ ਕਰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਵਾਹਿਗੁਰੂ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।